ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ CKD ਹੈ ਤਾਂ ਮੇਰਾ ਪਹਿਲਾ ਪ੍ਰਤੀਕਰਮ ਖਾਮੋਸ਼ੀ, ਡਰ ਅਤੇ ਗੁੱਸੇ ਵਾਲਾ ਸੀ। ਇਸ ਦੀ ਚਿਕਿਤਸਾ ਬਹੁਤ ਹੀ ਸਿੱਧੀ ਅਤੇ ਸਾਦੀ ਹੈ ਅਤੇ ਇਸ ਲਈ ਬਹੁਤ ਸਾਰੀ ਮਦਦ ਵੀ ਮੌਜੂਦ ਹੈ। ਸੋ ਸਵਾਲ ਸਿਰਫ ਇਸ ਨੂੰ ਸ਼ੁਰੂ ਕਰਨ ਦਾ ਹੈ। ਆਪਣਾ ਖਿਆਲ ਆਪ ਰੱਖ ਕੇ ਤੁਸੀਂ ਬਹੁਤ ਵੱਡਾ ਫਰਕ ਮਹਿਸੂਸ ਕਰ ਸਕਦੇ ਹੋ ਅਤੇ ਤੁਸੀਂ ਜਿੰਨਾ ਜ਼ਿਆਦਾ ਆਪਣਾ ਖਿਆਲ ਰੱਖ ਸਕਦੇ ਹੋ ਉਨਾ ਹੀ ਹੋਰ ਲੋਕ ਤੁਹਾਡਾ ਖਿਆਲ ਰੱਖਣ ਵਿੱਚ ਸਮਰੱਥ ਹੋ ਸਕਦੇ ਹਨ। ਇਹ ਸਭ ਤੁਹਾਡੇ ਮਨੋਬਲ ਤੇ ਨਿਰਭਰ ਕਰਦਾ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਕਰ ਸਕਦੇ ਹੋ। ਯਾਦ ਰੱਖੋ ਕਿ ਇਹ ਮਦਦਗਾਰ ਸਾਬਿਤ ਹੋਵੇਗਾ ਅਤੇ ਬਿਹਤਰੀ ਦੇ ਲੱਛਣਾਂ ਵੱਲ ਧਿਆਨ ਦਿਵੋ। ਲੰਮੇ ਸਮੇਂ ਤੱਕ ਚੱਲਣ ਵਾਲੀ ਗੁਰਦੇ ਦੀ ਬਿਮਾਰੀ ਜਾਂ CKD, ਜਿਸ ਨੂੰ ਕਿ ਰੀਨਲ ਡਿਜ਼ੀਜ਼ ਵੀ ਕਿਹਾ ਜਾਂਦਾ ਹੈ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੰਭੀਰ ਅਤੇ ਵੱਧ ਰਹੀ ਸਿਹਤ ਸਮੱਸਿਆ ਹੈ। ਜੇ ਪਤਾ ਲੱਗਦਾ ਹੈ ਕਿ ਤੁਹਾਨੂੰ ਇਹ ਬਿਮਾਰੀ ਹੈ ਤਾਂ ਤੁਸੀਂ ਆਪਣੀ ਹਾਲਤ ਸੰਭਾਲਣ ਲਈ ਬਹੁਤ ਕੁਝ ਕਰ ਸਕਦੇ ਹੋ। ਤੁਹਾਨੂੰ CKD ਬਾਰੇ ਜਿੰਨੀ ਜ਼ਿਆਦਾ ਜਾਣਕਾਰੀ ਹੋਵੇਗੀ ਓਨਾ ਹੀ ਚੰਗੀ ਤਰ੍ਹਾਂ ਤੁਸੀਂ ਆਪਣੀ ਦੇਖਭਾਲ ਟੀਮ ਜਾਂ ਕਿਡਨੀ ਕੇਅਰ ਟੀਮ ਨਾਲ ਮਿਲ ਕੇ ਬਿਮਾਰੀ ਤੇ ਕਾਬੂ ਰੱਖਣ ਦਾ ਯਤਨ ਕਰ ਸਕਦੇ ਹੋ। ਟੀਚਾ ਹੈ ਵੱਧ ਤੋਂ ਵੱਧ ਤੰਦਰੁਸਤ ਰਹਿ ਕੇ ਆਪਣੇ ਗੁਰਦਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਦਾ। ਜਦੋਂ ਮੇਰੇ ਵਿੱਚ ਗੁਰਦੇ ਦੇ ਰੋਗ ਦੀ ਪਛਾਣ ਹੋਈ ਤਾਂ ਉਸ ਵੇਲੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਮੈਂ ਤਾਂ ਇਹ ਵੀ ਨਹੀਂ ਸੀ ਜਾਣਦੀ ਕਿ ਗੁਰਦਿਆਂ ਦਾ ਸਰੀਰ 'ਚ ਕੀ ਕੰਮ ਹੁੰਦਾ ਹੈ। ਗੁਰਦੇ ਤੁਹਾਡੀ ਰਿਬ ਕੇਜ ਜਾਂ ਪਿੰਜਰ ਦੇ ਹੇਠਾਂ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਹੁੰਦੇ ਹਨ। ਇਹਨਾਂ ਦਾ ਸਾਈਜ਼ ਬੰਦ ਮੁੱਠੀ ਜਿੰਨਾ ਕੁ ਹੁੰਦਾ ਹੈ ਅਤੇ ਇਹ 1 ਮਿਲੀਅਨ ਤੋਂ ਵੀ ਵੱਧ ਨਿੱਕੀਆਂ ਛਾਨਣੀਆਂ ਜਾਂ ਫਿਲਟਰਸ ਦੇ ਬਣੇ ਹੁੰਦੇ ਹਨ। ਗੁਰਦੇ ਤੁਹਾਡੇ ਸਰੀਰ ਵਿੱਚ ਬਣੇ ਮਾੜੇ ਤੱਤਾਂ ਨੂੰ ਅਲੱਗ ਕਰਦੇ ਹਨ। ਇਹ ਮਾੜੇ ਤੱਤ ਤੁਹਾਡੇ ਖੂਨ ਵਿੱਚੋਂ ਗੁਰਦਿਆਂ ਰਾਹੀਂ ਅਲੱਗ ਕਰਕੇ ਪਿਸ਼ਾਬ ਦੇ ਜ਼ਰੀਏ ਬਾਹਰ ਕੱਢੇ ਜਾਂਦੇ ਹਨ। ਗੁਰਦੇ ਵੱਖ-ਵੱਖ ਕਿਸਮ ਦੇ ਅਨੇਕ ਕਾਰਜ ਕਰਦੇ ਹਨ। ਇਹ ਸਹੀ ਦਰਵ ਸੰਤੁਲਨ ਜਾਂ ਫਲੂਇਡ ਬੈਲੈਂਸ ਬਣਾ ਕੇ ਰੱਖਦੇ ਹਨ, ਅਣਚਾਹੇ ਪਦਾਰਥਾਂ ਨੂੰ ਕੱਢਦੇ ਹਨ, ਖਣਿਜ ਪਦਾਰਥਾਂ ਜਾਂ ਮਿਨਰਲਸ ਦਾ ਸੰਤੁਲਨ ਰੱਖਦੇ ਹਨ, ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਦੇ ਹਨ, ਖੂਨ ਦੇ ਲਾਲ ਕਣ ਬਣਾਉਣ ਲਈ ਜ਼ਰੂਰੀ ਹਾਰਮੋਨ ਬਣਾਉਂਦੇ ਹਨ ਅਤੇ ਹੱਡੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਦੇ ਹਨ। ਜੇ ਤੁਹਾਡੇ ਗੁਰਦਿਆਂ ਵਿਚਲੇ ਨਿੱਕੇ ਫਿਲਟਰ ਖਰਾਬ ਹੋ ਜਾਣ ਤਾਂ ਕੁਝ ਸਮੇਂ ਉਪਰੰਤ ਤੁਹਾਡੇ ਖੂਨ ਵਿੱਚ ਅਣਚਾਹੇ ਪਦਾਰਥ ਇਕੱਠੇ ਹੋ ਜਾਣਗੇ। ਇਸ ਨਾਲ ਆਖਿਰਕਾਰ ਤੁਹਾਡੀ ਸਿਹਤ ਖਰਾਬ ਹੋ ਜਾਏਗੀ। ਸਰੀਰ ਵਿੱਚ ਦਰਵ ਜਾਂ ਫਲੂਇਡ ਦੇ ਇਕੱਠੇ ਹੋਣ ਕਰਕੇ ਸ਼ਾਇਦ ਤੁਹਾਨੂੰ ਆਪਣੇ ਹੱਥਾਂ ਅਤੇ ਪੈਰਾਂ ਵਿੱਚ ਸੋਜਿਸ਼ ਮਹਿਸੂਸ ਹੋਵੇ। ਤੁਹਾਨੂੰ ਬਲੱਡ ਪ੍ਰੈਸ਼ਰ, ਥਕਾਵਟ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਕਈ ਲੋਕਾਂ ਦੀ ਨਾੜਾਂ ਚੜ੍ਹ ਜਾਂਦੀਆਂ ਹਨ ਅਤੇ ਉਹਨਾਂ ਦੀ ਲੱਤਾਂ ਵਿੱਚ ਬੇਆਰਾਮੀ ਰਹਿੰਦੀ ਹੈ। ਕਈਆਂ ਦਾ ਜੀਅ ਕੱਚਾ ਹੁੰਦਾ ਹੈ। ਕਈ ਲੋਕਾਂ ਵਿੱਚ ਕੋਈ ਜ਼ਿਆਦਾ ਲੱਛਣ ਵੇਖਣ ਨੂੰ ਨਹੀਂ ਮਿਲਦੇ। ਮੈਨੂੰ ਲੱਗਿਆ ਜਿਵੇਂ ਮੈਂ ਕੁਝ ਵੀ ਨਹੀਂ ਕਰ ਸਕਦੀ, ਜਿਵੇਂ ਮੇਰੇ ਅੰਦਰ ਬਿਲਕੁਲ ਜਾਨ ਨਾ ਹੋਵੇ। ਮੇਰੇ ਤੋਂ ਕਈ ਜ਼ਰੂਰੀ ਕੰਮ ਨਾ ਹੋ ਸਕੇ, ਸੋ ਮੈਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਸੀ। ਮੇਰੇ ਵਿੱਚ ਸਭ ਤੋਂ ਵੱਡਾ ਲੱਛਣ ਥਕਾਵਟ ਦਾ ਸੀ ਅਤੇ ਇਸ ਤੋਂ ਇਲਾਵਾ ਮੈਂ ਨੋਟ ਕੀਤਾ ਕਿ ਮੈਨੂੰ ਰਾਤ ਨੂੰ ਕਾਫੀ ਜ਼ਿਆਦਾ ਪਿਸ਼ਾਬ ਆਉਂਦਾ ਸੀ, ਇੱਕ ਰਾਤ ਵਿੱਚ 4 ਜਾਂ 5 ਵਾਰ। ਮੇਰੇ ਵਿੱਚ ਰੋਗ ਦੀ ਪਛਾਣ ਹੋਣ ਤੋਂ ਪਹਿਲਾਂ ਕੋਈ ਅਜਿਹੇ ਲੱਛਣ ਨਹੀਂ ਸਨ ਜਿਨ੍ਹਾਂ ਬਾਰੇ ਮੈਨੂੰ ਪਤਾ ਹੋਵੇ। ਮੈਨੂੰ ਤਾਂ ਇਸ ਬਾਰੇ ਇੱਕ ਆਮ ਡਾਕਟਰੀ ਜਾਂਚ ਦੌਰਾਨ ਪਤਾ ਲੱਗਿਆ। ਜ਼ਿਆਦਾ ਮਾਤਰਾ ਵਿੱਚ ਪਿਸ਼ਾਬ ਆਉਣਾ ਮੇਰਾ ਮੁੱਖ ਲੱਛਣ ਸੀ ਅਤੇ ਪਿਸ਼ਾਬ ਜ਼ਿਆਦਾ ਝੱਗ ਵਾਲਾ ਆਉਂਦਾ ਸੀ ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਦੋਵੇਂ ਲੱਛਣ ਗੁਰਦਿਆਂ ਨਾਲ ਸੰਬੰਧੀ ਰੋਗ ਦੇ ਹਨ। ਗੁਰਦੇ ਦੇ ਰੋਗ ਦੇ ਵੱਖ-ਵੱਖ ਚਰਨ ਹਨ, ਜਿਵੇਂ ਕਿ ਗੁਰਦਿਆਂ ਦਾ ਘੱਟ, ਮੱਧਮ ਅਤੇ ਪੂਰੀ ਤਰ੍ਹਾਂ ਫੇਲ ਹੋ ਜਾਣਾ। ਜਿਨ੍ਹਾਂ ਦੇ ਗੁਰਦੇ 60% ਤੋਂ ਘੱਟ ਕੰਮ ਕਰਦੇ ਹਨ, ਉਹਨਾਂ ਲਈ ਫੈਮਿਲੀ ਡਾਕਟਰ ਵੱਲੋਂ ਨੇਮਬੱਧ ਜਾਂਚ ਜ਼ਰੂਰੀ ਹੈ। ਤੁਹਾਡੇ ਗੁਰਦੇ ਕਿੰਨੇ ਕੁ ਖਰਾਬ ਹਨ, ਇਹ GFR ਨਾਂ ਦੇ ਇੱਕ ਸਰਲ ਜਿਹੇ ਖੂਨ ਦੇ ਟੈਸਟ ਨਾਲ ਪਤਾ ਲਗਾਇਆ ਜਾ ਸਕਦਾ ਹੈ। ਨੇਮਬੱਧ ਖੂਨ ਅਤੇ ਪਿਸ਼ਾਬ ਦੇ ਟੈਸਟ ਤੁਹਾਡੇ ਗੁਰਦਿਆਂ ਦੀ ਸਿਹਤ ਤੇ ਰੌਸ਼ਨੀ ਪਾਉਂਦੇ ਹਨ। ਵੱਧ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼ ਵਰਗੀਆਂ ਅਲਾਮਤਾਂ ਲੰਮੇ ਸਮੇਂ ਤੱਕ ਚੱਲਣ ਵਾਲੇ ਗੁਰਦਿਆਂ ਦੇ ਰੋਗ ਦੀਆਂ ਜੜ੍ਹਾਂ ਹਨ। ਸੋ ਗੁਰਦਿਆਂ ਦੇ ਰੋਗ ਤੇ ਕਾਬੂ ਪਾਉਣ ਲਈ ਰੋਗ ਦੇ ਸ਼ੁਰੂ ਵਿੱਚ ਹੀ ਇਹਨਾਂ ਬਿਮਾਰੀਆਂ ਦਾ ਇਲਾਜ ਕਰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਆਪਣੇ ਬਲੱਡ ਪ੍ਰੈਸ਼ਰ ਅਤੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਤੇ ਨਿਗਰਾਨੀ ਰੱਖਣਾ ਅਤੇ ਡਾਕਟਰੀ ਸਲਾਹ ਮੁਤਾਬਕ ਦਵਾਈ ਖਾਣਾ। ਡਾਕਟਰ ਦੇ ਕਹਿਣ ਅਨੁਸਾਰ ਖਾਣ ਪੀਣ ਦਾ ਪਰਹੇਜ਼ ਰੱਖੋ, ਕਸਰਤ ਕਰੋ ਅਤੇ ਜਿੱਥੋਂ ਤੱਕ ਹੋ ਸਕੇ ਆਸ਼ਾਵਾਦੀ ਰਹੋ। ਮੈਂ ਕਹਾਂਗੀ ਕਿ ਮੈਨੂੰ ਆਪਣੇ ਆਪ ਨੂੰ ਇਹ ਸਮਝਾਉਣ ਵਿੱਚ 3 ਮਹੀਨੇ ਲੱਗੇ ਕਿ ਮੈਨੂੰ ਇਹ ਤਕਲੀਫ ਹੋ ਚੁੱਕੀ ਹੈ ਅਤੇ ਇਸ ਗੱਲ ਤੇ ਵਿਸ਼ਵਾਸ ਨਾ ਕਰ ਪਾਣਾ ਵਗੈਰਾ ਵਗੈਰਾ। ਜਦੋਂ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਇਸ ਸਥਿਤੀ ਦੌਰਾਨ ਆਪਣੀ ਸੰਭਾਲ ਕਰਨ ਲਈ ਮੈਂ ਕੁਝ ਬਦਲਾਵ ਕਰ ਸਕਦੀ ਹਾਂ ਤਾਂ ਮੈਨੂੰ ਬਿਹਤਰ ਮਹਿਸੂਸ ਹੋਣ ਲੱਗਾ। ਇਸ ਦੇ ਨਾਲ ਅੱਗੇ ਵਧਦੇ ਰਹੋ, ਚਿੰਤਾ ਨਾ ਕਰੋ। ਤੁਹਾਡੀ ਮਦਦ ਲਈ ਕਈ ਲੋਕ ਹਾਜ਼ਰ ਹਨ ਅਤੇ ਇਹ ਇੰਨਾ ਬੁਰਾ ਨਹੀਂ ਹੈ। ਆਪਣੇ ਕ੍ਰੀਏਟਿਨਿਨ ਨੂੰ ਟੈਸਟ ਕਰਵਾਓ ਅਤੇ ਆਪਣੇ ਜਨਰਲ ਪ੍ਰੈਕਟੀਸ਼ਨਰ ਜਾਂ ਗੁਰਦਿਆਂ ਦੇ ਡਾਕਟਰ ਨਾਲ ਗੱਲ ਕਰੋ। ਮੈਂ ਆਪਣੀਆਂ ਸਾਰੀਆਂ ਤਕਲੀਫਾਂ ਅਤੇ ਸਵਾਲਾਂ ਦੀ ਇੱਕ ਲਿਸਟ ਬਣਾ ਲੈਂਦੀ ਸੀ ਤਾਂ ਜੋ ਡਾਕਟਰ ਕੋਲ ਜਾ ਕੇ ਮੈਂ ਉਹਨਾਂ ਬਾਰੇ ਸਲਾਹ ਕਰ ਸਕਾਂ ਅਤੇ ਉਹਨਾਂ ਦੇ ਜਵਾਬ ਪਾ ਸਕਾਂ। ਮੈਨੂੰ ਇਹ ਚੀਜ਼ ਬਹੁਤ ਫਾਇਦੇਮੰਦ ਲੱਗੀ। ਜਦੋਂ ਤੁਸੀਂ ਆਪ ਆਪਣੇ ਗੁਰਦਿਆਂ ਦੀ ਸਿਹਤ ਦਾ ਖਿਆਲ ਰੱਖਣ ਲੱਗ ਜਾਂਦੇ ਹੋ ਤਾਂ ਤੁਸੀਂ ਆਪਣੀ ਸਿਹਤ ਸੰਭਾਲ ਟੀਮ ਦੇ ਇੱਕ ਸਰਗਰਮ ਮੈਂਬਰ ਬਣ ਜਾਂਦੇ ਹੋ। ਤੁਹਾਡਾ ਫੈਮਿਲੀ ਡਾਕਟਰ, ਨਰਸ, ਆਹਾਰ ਵਿਗਿਆਨੀ, ਸਮਾਜ ਸੇਵਕ,
ਫਾਰਮਾਸਿਸਟ, ਗੁਰਦਿਆਂ ਦਾ ਡਾਕਟਰ ਅਤੇ ਹੋਰ ਮੈਡੀਕਲ ਹਿਮਾਇਤ ਕਰਨ ਵਾਲੇ ਕਰਮਚਾਰੀ ਇਸ ਟੀਮ ਦਾ ਹਿੱਸਾ ਹੁੰਦੇ ਹਨ। ਹੋ ਸਕਦਾ ਹੈ ਕਿ ਤੁਹਾਨੂੰ ਕਿਡਨੀ ਕੇਅਰ ਸੈਂਟਰ ਭਾਵ ਗੁਰਦਿਆਂ ਦੀ ਦੇਖਭਾਲ ਦੇ ਕੇਂਦਰ ਭੇਜਿਆ ਜਾਵੇ, ਜਿੱਥੇ ਕਿ ਚੱਲ ਰਹੇ ਇਲਾਜ ਅਤੇ ਸਹਾਰੇ ਦੇ ਨਾਲ ਤੁਸੀਂ ਆਪਣੀ ਸਥਿਤੀ ਨੂੰ ਆਪ ਸੰਭਾਲਣ ਬਾਰੇ ਵੀ ਸਿੱਖ ਸਕਦੇ ਹੋ। ਗੁਰਦਿਆਂ ਦੇ ਕੰਮ ਕਰਨ ਦੀ ਸ਼ਕਤੀ ਨੂੰ ਵੱਧ ਤੋਂ ਵੱਧ ਸਮੇਂ ਵਾਸਤੇ ਬਚਾਉਣ ਲਈ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਜਦੋਂ ਤੁਹਾਨੂੰ ਇਲਾਜ ਦੇ ਟੀਚਿਆਂ ਬਾਰੇ ਪਤਾ ਹੈ ਤਾਂ ਤੁਸੀਂ ਉਹਨਾਂ ਨੂੰ ਹਾਸਲ ਕਰ ਸਕਦੇ ਹੋ। ਤੁਸੀਂ ਇਹ ਸਿੱਖ ਜਾਓਗੇ ਕਿ ਸਵਾਲ ਕਦੋਂ ਅਤੇ ਕਿੱਥੇ ਪੁੱਛਣੇ ਹਨ ਅਤੇ ਤੁਹਾਨੂੰ ਕਿੱਥੋਂ ਮਦਦ ਮਿਲੇਗੀ। ਤੁਹਾਡੇ ਵਿੱਚ ਆਪਣੀ ਸੰਭਾਲ ਆਪ ਕਰਨ ਦਾ ਵਿਸ਼ਵਾਸ ਆਵੇਗਾ ਅਤੇ ਸਿਹਤਮੰਦ ਫੈਸਲੇ ਕਰੋ, ਜਿਵੇਂ ਕਿ ਸਿਗਰਟ ਨਾ ਪੀਣਾ, ਨੇਮਬੱਧ ਕਸਰਤ ਕਰਨਾ, ਸਿਹਤਮੰਦ ਖਾਣੇ ਖਾਣਾ, ਨੇਮਬੱਧ ਤਰੀਕੇ ਨਾਲ ਦਵਾਈ ਲੈਣਾ ਅਤੇ ਡਾਕਟਰੀ ਅਪਾਇੰਟਮੈਂਟ ਤੇ ਜ਼ਰੂਰ ਜਾਣਾ। ਤੁਸੀਂ ਆਪਣੀ ਸਥਿਤੀ ਬਾਰੇ ਅਤੇ ਡਾਕਟਰ ਵੱਲੋਂ ਤੁਹਾਡੇ ਇਲਾਜ ਵਿੱਚ ਪ੍ਰਗਤੀ ਸੰਬੰਧੀ ਦੱਸੇ ਗਏ ਅੰਕੜਿਆਂ ਬਾਰੇ ਸੁਚੇਤ ਰਹਿਣਾ ਸਿੱਖੋ ਅਤੇ ਬਾਹਰ ਖਾਣਾ ਵਗੈਰਾ ਖਾਣ ਸਮੇਂ ਇਨ੍ਹਾਂ ਬਾਰੇ ਸੁਚੇਤ ਰਹੋ। ਅਤੇ ਜੇ ਤੁਸੀਂ ਚੰਗਾ ਮਹਿਸੂਸ ਨਹੀਂ ਕਰ ਰਹੇ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਬਿਮਾਰੀ ਕਿਸ ਮੋੜ ਤੇ ਹੈ। ਮਤਲਬ ਕਿ ਮੇਰੇ ਅੰਕੜੇ ਉੱਪਰ ਜਾਂ ਥੱਲੇ ਜਾ ਸਕਦੇ ਹਨ ਅਤੇ ਮੈਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਅਤੇ ਆਪਣੇ ਖਾਣ ਪੀਣ ਅਤੇ ਸਮਾਜਿਕ ਮਿਲਵਰਤਨ ਬਾਰੇ ਉਸ ਮੁਤਾਬਕ ਨਿਰਣਾ ਲਵੋ। ਤੁਹਾਡੀ ਕਿਡਨੀ ਕੇਅਰ ਟੀਮ ਤੁਹਾਨੂੰ ਆਪਣੀ ਸਥਿਤੀ ਦੀ ਆਪ ਸੰਭਾਲ ਕਰਨ ਲਈ ਸਿਖਲਾਈ ਲੈਣ ਵਿੱਚ ਮਦਦ ਕਰ ਸਕਦੀ ਹੈ। ਉਹ ਤੁਹਾਡੇ ਲਈ ਇੱਕ ਅਜਿਹੀ ਕਾਰਜ ਯੋਜਨਾ ਬਣਾਉਣ ਵਿੱਚ ਮਦਦ ਕਰਨਗੇ ਜਿਸ ਰਾਹੀਂ ਇਲਾਜ ਦੇ ਵਾਸਤਵਿਕ ਟੀਚੇ ਸੈੱਟ ਕੀਤੇ ਜਾ ਸਕਣ। ਗੁਰਦਿਆਂ ਦੀ ਦੇਖਭਾਲ ਦੇ ਮਾਹਿਰ ਨਾਲ ਗੱਲ ਕਰਨਾ ਬਹੁਤ ਚੰਗਾ ਹੈ ਕਿਉਂਕਿ ਉਹ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇ ਸਕਦੇ ਹਨ ਅਤੇ ਤੁਹਾਡੇ ਲਈ ਉਹ ਸਵਾਲ ਪੁੱਛਣੇ ਜ਼ਰੂਰੀ ਹਨ। ਉਹਨਾਂ ਦੀ ਮਦਦ ਲੈਣ ਵਿੱਚ ਨਾ ਡਰੋ ਕਿਉਂਕਿ ਅਜਿਹੀਆਂ ਗੱਲਾਂ ਹੋਣਗੀਆਂ ਜਿਸ ਲਈ ਤੁਹਾਨੂੰ ਉਹਨਾਂ ਦੀ ਲੋੜ ਹੈ। ਕੁਝ ਨਵੀਆਂ ਚੀਜ਼ਾਂ ਜੋ ਤੁਸੀਂ ਅਜ਼ਮਾ ਰਹੇ ਹੋ ਜਾਂ ਕੋਈ ਸਮੱਸਿਆਵਾਂ ਜੋ ਤੁਹਾਨੂੰ ਪੇਸ਼ ਆ ਰਹੀਆਂ ਹਨ, ਤੁਹਾਨੂੰ ਉਹਨਾਂ ਨਾਲ ਚੰਗਾ ਸੰਪਰਕ ਬਣਾ ਕੇ ਰੱਖਣ ਦੀ ਲੋੜ ਹੈ। ਤੁਹਾਡੀ ਕਿਡਨੀ ਕੇਅਰ ਟੀਮ ਤੁਹਾਨੂੰ ਅਪਾਇੰਟਮੈਂਟਸ ਦਾ ਹਿਸਾਬ-ਕਿਤਾਬ ਰੱਖਣ ਅਤੇ ਉਹਨਾਂ ਲਈ ਤਿਆਰੀ ਦੇ ਨਾਲ-ਨਾਲ ਤੁਹਾਡੀਆਂ ਦਵਾਈਆਂ ਦਾ ਪ੍ਰਬੰਧ ਕਰਨ ਬਾਰੇ ਦੱਸ ਸਕਦੀ ਹੈ। ਪਹਿਲਾਂ ਇਹ ਬਹੁਤ ਜ਼ਿਆਦਾ ਲੱਗਦਾ ਹੈ ਕਿਉਂਕਿ ਵੱਖ-ਵੱਖ ਸਮਿਆਂ ਤੇ ਦਵਾਈਆਂ ਦੀਆਂ ਵੱਖ-ਵੱਖ ਖੁਰਾਕਾਂ ਲੈਣੀਆਂ ਪੈਂਦੀਆਂ ਹਨ, ਪਰ ਮੈਂ ਆਪਣੇ ਲਈ ਵੇਖਿਆ ਕਿ ਜੇ ਮੈਂ ਦਵਾਈਆਂ ਨੂੰ ਉਹਨਾਂ ਦੇ ਖਾਣ ਦੇ ਸਮੇਂ ਮੁਤਾਬਿਕ ਲਾਈਨ ਵਿੱਚ ਰੱਖ ਲੈਂਦੀ ਸੀ ਤਾਂ ਸਭ ਠੀਕ ਰਹਿੰਦਾ ਸੀ। ਜੇ ਮੈਂ ਛੁੱਟੀਆਂ ਤੇ ਗਈ ਤਾਂ ਮੈਂ ਹਰ ਦਿਨ ਦੀ ਦਵਾਈ ਦੀ ਖੁਰਾਕ ਇੱਕ ਨਿੱਕੇ ਬੈਗ ਵਿੱਚ ਪਾ ਲਈ ਅਤੇ ਉਹਨਾਂ ਸਭ ਨੂੰ ਅਲੱਗ ਕਰ ਲਿਆ ਤਾਂ ਜੋ ਜ਼ਿਆਦਾ ਖਿਲਾਰਾ ਨਾ ਪਵੇ। ਪਰ ਮੈਂ ਜਾਣਦੀ ਹਾਂ ਕਿ ਫਾਰਮੇਸੀ ਵਾਲੇ ਉਹਨਾਂ ਨੂੰ ਬਬਲ ਪੈਕੇਜ ਵਿੱਚ ਪਾਣਗੇ ਅਤੇ ਇਸ ਕੰਮ ਨੂੰ ਕਰਨ ਦੇ ਕਈ ਤਰੀਕੇ ਹਨ। ਤੁਸੀਂ ਸਿਰਫ ਉਹ ਤਰੀਕਾ ਲੱਭਣਾ ਹੈ ਜੋ ਤੁਹਾਡੇ ਲਈ ਢੁਕਵਾਂ ਹੈ। ਬਦਲਵੀਂ ਇਲਾਜ ਪ੍ਰਣਾਲੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਮੇਰੇ ਤਜਰਬੇ ਮੁਤਾਬਕ ਮੈਨੂੰ ਉਸ ਦਾ ਕਦੇ-ਕਦੇ ਫਾਇਦਾ ਹੋਇਆ, ਪਰ ਮੇਰਾ ਮੰਨਣਾ ਹੈ ਕਿ ਤੁਹਾਨੂੰ ਆਪਣੇ ਜਨਰਲ ਪ੍ਰੈਕਟੀਸ਼ਨਰ, ਗੁਰਦਿਆਂ ਦੇ ਮਾਹਰ ਅਤੇ ਫਾਰਮਾਸਿਸਟ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਕੀ ਇਹ ਤੁਹਾਡੀ ਚੱਲ ਰਹੀ ਦਵਾਈ ਵਿੱਚ ਕੋਈ ਰੁਕਾਵਟ ਤਾਂ ਨਹੀਂ ਪਾਵੇਗੀ। ਤੁਹਾਡੇ ਕਿਡਨੀ ਕੇਅਰ ਮਾਹਰ ਤੁਹਾਨੂੰ ਸਿਖਾ ਸਕਦੇ ਹਨ ਕਿ ਆਪਣੇ ਬਲੱਡ ਪ੍ਰੈਸ਼ਰ ਦੀ ਘਰ ਵਿੱਚ ਹੀ ਕਿਸ ਤਰ੍ਹਾਂ ਦੇਖ-ਰੇਖ ਕਰਨੀ ਹੈ ਅਤੇ ਲੈਬ ਤੋਂ ਆਏ ਟੈਸਟ ਨਤੀਜਿਆਂ ਨੂੰ ਕਿਸ ਤਰ੍ਹਾਂ ਸਮਝਣਾ ਹੈ ਤਾਂ ਜੋ ਤੁਸੀਂ ਆਪ ਹੀ ਉਹਨਾਂ ਦਾ ਨਿਰੀਖਣ ਕਰ ਸਕੋ। ਬਲੱਡ ਟੈਸਟ ਦੇ ਅੰਕੜਿਆਂ ਨੂੰ ਸਮਝਣਾ, ਖਾਣ-ਪੀਣ ਦਾ ਪਰਹੇਜ਼ ਰੱਖਣਾ ਬਹੁਤ ਹੀ ਸਿੱਧਾ ਜਿਹਾ ਕੰਮ ਹੈ ਅਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਜਿੰਨਾ ਜ਼ਿਆਦਾ ਸਮਝੋਗੇ ਤੁਸੀਂ ਉਨੀ ਹੀ ਚੰਗੀ ਤਰ੍ਹਾਂ ਆਪਣਾ ਖਿਆਲ ਰੱਖ ਸਕਦੇ ਹੋ। ਇਹ ਇੰਨਾ ਸੌਖਾ ਹੈ। ਤੁਸੀਂ ਅੱਜ ਦੁਪਹਿਰ ਦੇ ਖਾਣੇ ਬਾਰੇ ਕੀ ਸੋਚ ਰਹੇ ਹੋ? ਕੁਝ ਹਲਕਾ। ਆਹ ਦਿਲਚਸਪ ਲੱਗਦਾ। ਕਿਡਨੀ ਕੇਅਰ ਮਾਹਰ ਤੁਹਾਡੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਵਿੱਚ ਸਹਾਈ ਹੋ ਸਕਦਾ ਹੈ, ਜਿਸ ਵਿੱਚ ਗੁਰਦਿਆਂ ਲਈ ਲਾਹੇਵੰਦ ਭੋਜਨ ਦੀ ਚੋਣ ਅਤੇ ਚੁਸਤ ਰਹਿਣਾ ਵੀ ਸ਼ਾਮਲ ਹੈ। ਮੈਨੂੰ ਇਹ ਮਹਿਸੂਸ ਹੋਇਆ ਕਿ ਖਾਣ-ਪੀਣ ਵਿੱਚ ਤਬਦੀਲੀ ਕਰਨਾ ਸਭ ਤੋਂ ਔਖਾ ਸੀ। ਮੈਨੂੰ ਪ੍ਰੋਟੀਨ ਦੀ ਮਾਤਰਾ ਘੱਟ ਕਰਨ ਦੀ ਲੋੜ ਸੀ ਅਤੇ ਮੈਨੂੰ ਜ਼ਿਆਦਾ ਸਬਜ਼ੀਆਂ ਖਾਣ ਦੀ ਆਦਤ ਨਹੀਂ ਸੀ। ਮੈਨੂੰ ਇਹ ਆਦਤ ਪਾਉਣ ਵਿੱਚ 1 ਤੋਂ 1.5 ਸਾਲ ਲੱਗ ਗਿਆ, ਪਰ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਇਹ ਬਹੁਤ ਵਧੀਆ ਹੈ। ਖਾਣ-ਪੀਣ ਵਿੱਚ ਤਬਦੀਲੀ ਸਭ ਤੋਂ ਔਖਾ ਕੰਮ ਸੀ, ਜਿਵੇਂ ਕਿ ਕੁਝ ਖਾਣਿਆਂ ਦਾ ਪਰਹੇਜ਼ ਰੱਖਣਾ। ਮੈਨੂੰ ਕਾਫੀ ਸੰਜਮ ਵਰਤਣ ਦੀ ਅਤੇ ਕੁਝ ਖਾਣਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਲੋੜ ਸੀ। ਕੁਝ ਬਦਲਾਵ ਲਿਆਉਣ ਵਿੱਚ ਮੇਰੇ ਪਰਿਵਾਰ ਦਾ ਬਹੁਤ ਵੱਡਾ ਹੱਥ ਸੀ। ਉਹਨਾਂ ਨੇ ਇਹ ਵੀ ਨਿਸ਼ਚਿਤ ਕੀਤਾ ਕਿ ਜੋ ਖਾਣੇ ਮੈਨੂੰ ਮਨ੍ਹਾ ਸੀ ਉਹ ਖਾਣ ਦੇ ਸਮੇਂ ਮੌਜੂਦ ਨਾ ਹੋਣ ਅਤੇ ਇਹ ਬਹੁਤ ਚੰਗਾ ਰਿਹਾ। ਮੈਨੂੰ ਮਿਲਣਾ-ਜੁਲਣਾ ਪਸੰਦ ਸੀ ਅਤੇ ਉਸ ਪੱਖੋਂ ਤਬਦੀਲੀਆਂ ਕਰਨਾ ਔਖਾ ਸੀ ਅਤੇ ਬਾਹਰ ਖਾਣਾ ਵੀ ਇੱਕ ਚੁਣੌਤੀ ਜਿਹੀ ਬਣ ਗਿਆ ਸੀ ਕਿਉਂਕਿ ਤੁਹਾਨੂੰ ਮੈਨਿਊ 'ਚੋਂ ਖਾਣੇ ਦੀ ਚੋਣ ਕਰਨ ਸਮੇਂ ਸਾਵਧਾਨ ਰਹਿਣਾ ਪੈਂਦਾ ਹੈ। ਵਧੇਰੇ ਰੈਸਟੋਰੈਂਟਸ ਤੁਹਾਡੇ ਖਾਣ ਦੀ ਸਮਰੱਥਾ ਤੋਂ ਵੱਧ ਭੋਜਨ ਦਿੰਦੇ ਹਨ, ਸੋ ਮੈਂ ਉਹ ਖਾਣਾ ਛੱਡਣ ਦੀ ਆਦਤ ਪਾ ਲਈ ਹੈ ਜੋ ਕਿ ਮੈਨੂੰ ਨਹੀਂ ਖਾਣਾ ਚਾਹੀਦਾ ਅਤੇ ਮੈਂ ਥੋੜੇ ਜਿਹੇ ਸਵਾਦ ਲਈ ਡਰੈਸਿੰਗ ਵਗੈਰਾ ਅਲੱਗ ਮੰਗਵਾ ਲੈਂਦੀ ਹਾਂ। ਮੇਰਾ ਮੰਨਣਾ ਹੈ ਕਿ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਹਤਰ ਮਹਿਸੂਸ ਕਰਨ ਵਿੱਚ ਕਸਰਤ ਦਾ ਬਹੁਤ ਵੱਡਾ ਹੱਥ ਹੈ। ਪਹਿਲਾਂ ਮੈਂ ਬਹੁਤ ਥੱਕੀ ਹੁੰਦੀ ਸੀ, ਸੋ ਮੈਂ ਜਿਮ ਜਾਣਾ ਛੱਡ ਦਿੱਤਾ। ਮੈਂ ਪਹਿਲਾਂ ਜਾਂਦੀ ਸੀ ਪਰ ਫਿਰ ਮੈਂ ਜਾਣਾ ਛੱਡ ਦਿੱਤਾ, ਪਰ ਫਿਰ ਮੈਂ ਦੁਬਾਰਾ ਜਾਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੈਨੂੰ ਕਾਫੀ ਫਾਇਦਾ ਮਹਿਸੂਸ ਹੋਇਆ। ਮੈਂ ਹਫ਼ਤੇ ਵਿੱਚ ਤਕਰੀਬਨ 3 ਵਾਰੀ ਜਾਂਦੀ ਹਾਂ ਜਾਂ 3 ਵਾਰੀ ਜਾਣ ਦਾ ਟੀਚਾ ਰੱਖਦੀ ਹਾਂ। ਆਮ ਤੌਰ ਤੇ 2 ਵਾਰੀ ਜਾ ਪਾਉਂਦੀ ਹਾਂ ਅਤੇ 1 ਵਾਰੀ ਸ਼ਾਪਿੰਗ ਲਈ ਚਲੀ ਜਾਂਦੀ ਹਾਂ, ਪਰ ਇਹ ਸਰੀਰਕ ਅਤੇ ਮਾਨਸਿਕ ਪੱਧਰ ਤੇ ਬਹੁਤ ਚੰਗਾ ਹੈ।
ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡੇ ਗੁਰਦੇ ਦੇ ਰੋਗ ਕਰਕੇ ਤੁਹਾਡੀ ਸਿਹਤ ਪਹਿਲਾਂ ਤੋਂ ਹੀ ਪ੍ਰਭਾਵਿਤ ਹੁੰਦੀ ਹੈ। ਤੁਸੀਂ ਇਸ ਸਥਿਤੀ ਨੂੰ ਹੋਰ ਵੀ ਖਰਾਬ ਨਹੀਂ ਕਰਨਾ ਚਾਹੁੰਦੇ, ਸੋ ਇਸ ਗੱਲ ਵੱਲ ਧਿਆਨ ਦੇਵੋ ਕਿ ਤੁਸੀਂ ਆਪਣੇ ਆਪ ਤੇ ਸਰੀਰਕ ਜਾਂ ਭਾਵਨਾਤਮਕ ਦਬਾਅ ਪਾ ਕੇ ਕਿਤੇ ਆਪਣੀ ਹਾਲਤ ਜ਼ਿਆਦਾ ਖਰਾਬ ਨਾ ਕਰ ਲਵੋ। ਮੈਨੂੰ ਬਾਗਬਾਨੀ ਕਰਨਾ ਪਸੰਦ ਹੈ ਤੇ ਮੈਂ 15 ਮਿੰਟ ਬਗੀਚੀ ਵਿੱਚ ਕੰਮ ਕਰਕੇ 15 ਮਿੰਟ ਵਿਸ਼ਰਾਮ ਕਰਨਾ ਪਸੰਦ ਕਰਦਾ ਹਾਂ। ਆਸ਼ਾਵਾਦੀ ਰਹਿਣਾ ਥੋੜ੍ਹਾ ਔਖਾ ਹੋ ਸਕਦਾ ਹੈ, ਖਾਸ ਕਰਕੇ ਜਦੋਂ ਤੁਹਾਨੂੰ ਇੱਕ ਅਜਿਹੀ ਬਿਮਾਰੀ ਹੋਵੇ ਅਤੇ ਤੁਸੀਂ ਜਾਣਦੇ ਹੋਵੋ ਕਿ ਇਹ ਹਮੇਸ਼ਾ ਤੁਹਾਡੇ ਨਾਲ ਰਹੇਗੀ ਅਤੇ ਇਹ ਕਿਤੇ ਵੀ ਨਹੀਂ ਜਾਵੇਗੀ। ਪਰ ਮੇਰਾ ਮੰਨਣਾ ਹੈ ਕਿ ਇਸ ਬਿਮਾਰੀ ਵਿੱਚ ਆਪਣੀ ਦੇਖਭਾਲ ਕਰਨ ਲਈ ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ। ਮੇਰੇ ਮੁਤਾਬਿਕ ਆਪਣੇ ਆਪ ਬਾਰੇ ਚੰਗਾ ਮਹਿਸੂਸ ਕਰਨ ਲਈ ਅਤੇ ਆਪਣੀ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਲਈ ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ। ਜੇ ਮੈਂ ਆਪਣੇ ਆਪ ਨਾਲ ਗੱਲਾਂ ਕਰਾਂ, ਖਾਸ ਤੌਰ ਤੇ ਉਸ ਸਮੇਂ ਜਦੋਂ ਮੈਂ ਥੋੜੀ ਜਿਹੀ ਉਦਾਸ ਹੋਵਾਂ ਜਾਂ ਜੇ ਮੇਰੇ ਟੈਸਟਾਂ ਦੇ ਨਤੀਜੇ ਮੇਰੀ ਸੋਚ ਮੁਤਾਬਕ ਨਾ ਹੋਣ, ਮੈਨੂੰ ਲੱਗਦਾ ਹੈ ਕਿ ਆਪਣੇ ਆਪ ਨਾਲ ਗੱਲਬਾਤ ਕਰਨ ਨਾਲ ਮੇਰੀ ਸੋਚ ਮਜ਼ਬੂਤ ਹੋ ਜਾਂਦੀ ਹੈ ਅਤੇ ਮੈਂ ਅੱਗੇ ਵੱਧ ਸਕਦੀ ਹਾਂ। ਤੁਹਾਨੂੰ ਆਪਣੇ ਆਪ ਬਾਰੇ ਬਿਹਤਰ ਮਹਿਸੂਸ ਹੁੰਦਾ ਹੈ, ਸੋ ਇਹ ਆਪਣੇ ਆਪ ਨਾਲ ਚੰਗਾ ਹੋਣ ਦਾ ਸਵਾਲ ਹੈ। ਤੁਸੀਂ ਹੌਲੀ-ਹੌਲੀ ਇੱਕ-ਇੱਕ ਕਰਕੇ ਆਪਣੀਆਂ ਮੁਸ਼ਕਿਲਾਂ ਨੂੰ ਸੰਬੋਧਿਤ ਕਰਦੇ ਹੋ, ਕੋਸ਼ਿਸ਼ ਕਰਦੇ ਰਹੋ ਅਤੇ ਇਹ ਕੰਮ ਕਰਦਾ ਹੈ। ਪਰ ਤੁਹਾਨੂੰ ਸਭ ਕੁਝ ਹੌਲੀ-ਹੌਲੀ ਕਰਨਾ ਹੋਵੇਗਾ ਕਿਉਂਕਿ ਇਸ ਦਾ ਹੋਰ ਕੋਈ ਤਰੀਕਾ ਨਹੀਂ। ਇਹ ਇੱਕਸਾਰ ਨਹੀਂ ਸੀ, ਵਿਚਕਾਰ ਅਣਸੁਖਾਵਾਂ ਸਮਾਂ ਵੀ ਸੀ, ਪਰ ਤੁਸੀਂ ਇਸ ਨਾਲ ਨਿਪਟ ਕੇ ਬਸ ਅੱਗੇ ਚੱਲਦੇ ਰਹਿੰਦੇ ਹੋ। ਲੰਮੇ ਸਮੇਂ ਤੱਕ ਰਹਿਣ ਵਾਲਾ ਗੁਰਦਿਆਂ ਦਾ ਰੋਗ ਜਾਂ ਕ੍ਰੋਨਿਕ ਕਿਡਨੀ ਡਿਜ਼ੀਜ਼ ਨੂੰ ਆਪਣੇ ਆਪ ਕਾਬੂ ਕਰਨਾ ਬਹੁਤ ਔਖਾ ਹੈ। ਮੇਰੇ ਖਿਆਲ ਵਿੱਚ ਤੁਹਾਡੇ ਦੋਸਤਾਂ ਅਤੇ ਪਰਿਵਾਰਾਂ ਦੀ ਮਦਦ ਨਾਲ ਇਹ ਕਾਫੀ ਹੱਦ ਤੱਕ ਮੁਮਕਿਨ ਹੈ। ਮੈਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਉਸ ਵੇਲੇ ਹੁੰਦੀ ਸੀ ਜਦੋਂ ਜੈਨ ਆਪਣੀ ਤਕਲੀਫ ਵਿੱਚ ਆਉਂਦੇ ਉਤਾਰ ਚੜਾਵ ਦੌਰਾਨ ਨਿਰਾਸ਼ ਹੋ ਜਾਂਦੀ ਸੀ ਅਤੇ ਇਸ ਤੋਂ ਉਭਰਨ ਲਈ ਅਸੀਂ ਇਸ ਬਾਰੇ ਵਿਚਾਰ ਕੀਤਾ ਅਤੇ ਇਸ ਦੇ ਵੱਖ-ਵੱਖ ਲੱਛਣਾਂ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਜੋ ਸਾਨੂੰ ਪਤਾ ਹੋਵੇ ਕਿ ਅੱਗੇ ਕੀ ਕਰਨਾ ਹੈ। ਫਿਰ ਅਗਲੇ ਦਿਨ ਤੋਂ ਅਸੀਂ ਠੀਕ ਰਹੇ। ਇਹਨਾਂ ਦਾ ਮੇਰੇ ਪ੍ਰਤੀ ਆਸ਼ਾਵਾਦੀ ਹੋਣ ਕਰਕੇ ਮੈਨੂੰ ਹੌਸਲਾ ਹੋ ਗਿਆ ਕਿ ਇਹਨਾਂ ਨੂੰ ਮੇਰੀ ਬਿਮਾਰੀ ਕਰਕੇ ਕੋਈ ਡਰ ਨਹੀਂ। ਇਸ ਨਾਲ ਮੈਨੂੰ ਅੱਗੇ ਵਧਣ ਲਈ ਸਹਾਰਾ ਮਿਲਿਆ। ਮੇਰਾ ਮੰਨਣਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਜੀਵਨ ਸਾਥੀ ਜਾਂ ਕੋਈ ਹੋਰ ਨਜ਼ਦੀਕੀ ਵਿਅਕਤੀ ਤੁਹਾਡੀ ਮਦਦ ਕਰੇ ਅਤੇ ਉਸ ਨੂੰ ਤੁਹਾਡੀ ਹਾਲਤ ਬਾਰੇ ਪਤਾ ਹੋਵੇ। ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਨੂੰ ਸਹਾਰਾ ਦੇਣ ਲਈ ਕੋਈ ਮੌਜੂਦ ਹੈ ਤਾਂ ਇਸ ਨਾਲ ਬਹੁਤ ਮਦਦ ਮਿਲਦੀ ਹੈ। ਤੁਹਾਡੇ ਪਿੱਛੇ ਕੋਈ ਖੜਾ ਹੈ ਅਤੇ ਤੁਸੀਂ ਆਪਣੇ ਚੰਗੇ ਅਤੇ ਮਾੜੇ ਪਲ ਉਸ ਵਿਅਕਤੀ ਨੂੰ ਦੱਸ ਸਕਦੇ ਹੋ। ਤੁਹਾਨੂੰ ਆਪਣੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ ਦੀ ਗੱਲ ਨੂੰ ਮੰਨਣਾ ਚਾਹੀਦਾ ਹੈ। ਉਹ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਆਦਾਤਰ ਤੁਸੀਂ ਉਹ ਸਾਰੀ ਗੱਲ ਇੱਕ ਵਾਰ ਵਿੱਚ ਨਹੀਂ ਸਮਝ ਸਕਦੇ। ਮੀਟਿੰਗਾਂ 'ਤੇ ਕਿਸੇ ਹੋਰ ਨੂੰ ਨਾਲ ਲੈ ਕੇ ਜਾਣਾ ਫਾਇਦੇਮੰਦ ਹੋ ਸਕਦਾ ਹੈ। ਜੇ ਇਹ ਮੁਮਕਿਨ ਨਹੀਂ ਤਾਂ ਮੀਟਿੰਗ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਆਪਣੇ ਕਿਸੇ ਹੋਰ ਪਿਆਰੇ ਨਾਲ ਇਸ ਬਾਰੇ ਗੱਲ ਕਰ ਸਕਦੇ ਹੋ। CKD ਦੇ ਮਰੀਜ਼ਾਂ ਦੇ ਜੀਵਨ ਸਾਥੀਆਂ ਨੂੰ ਮੇਰੀ ਇਹੋ ਸਲਾਹ ਹੈ ਕਿ ਤੁਸੀਂ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੋ ਅਤੇ ਆਪਣੇ ਬਿਮਾਰ ਸਾਥੀ ਨੂੰ ਸਹਾਰਾ ਦੇਵੋ। ਜਦੋਂ ਵੀ ਬ੍ਰੈਂਡਾ ਡਾਕਟਰ ਕੋਲ ਜਾਂਦੀ ਹੈ, ਮੈਂ ਇਸ ਦੇ ਨਾਲ ਜਾਂਦਾ ਹਾਂ ਅਤੇ ਜਿੰਨਾ ਵੀ ਹੋ ਸਕੇ ਮੈਂ ਇਸ ਬਿਮਾਰੀ ਬਾਰੇ ਪੜ੍ਹਦਾ ਹਾਂ। ਮੇਰੇ ਖਿਆਲ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਕਿ ਮੈਂ ਇਸ ਦੀ ਗੱਲਾਂ ਸੁਣਦਾ ਹਾਂ ਅਤੇ ਧਿਆਨ ਵਿੱਚ ਰੱਖਦਾ ਹਾਂ ਕਿ ਇਸ ਨੂੰ ਕਿਸ ਤਰ੍ਹਾਂ ਸਹਾਰਾ ਚਾਹੀਦਾ ਹੈ। ਗੁਰਦੇ ਦੇ ਰੋਗ ਦੇ ਮਰੀਜ਼ਾਂ ਨੂੰ ਇਕੱਲੇ ਨਹੀਂ ਛੱਡਿਆ ਜਾਣਾ ਚਾਹੀਦਾ। ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਕਿਸੇ ਹੋਰ ਗੁਰਦੇ ਦੇ ਮਰੀਜ਼ ਨਾਲ ਗੱਲ ਕਰਨਾ ਵੀ ਚੰਗਾ ਹੋ ਸਕਦਾ ਹੈ। ਤੁਹਾਡੀ ਕਿਡਨੀ ਕੇਅਰ ਟੀਮ ਦੇ ਸਮਾਜ ਸੇਵਕ ਨੂੰ ਤੁਹਾਡੀਆਂ ਸਮਾਜਿਕ ਅਤੇ ਭਾਵਨਾਤਮਕ ਚਿੰਤਾਵਾਂ ਨਾਲ ਨਿਬੜਨ ਲਈ ਉੱਚ ਪੱਧਰ ਦੀ ਸਿਖਲਾਈ ਪ੍ਰਾਪਤ ਹੁੰਦੀ ਹੈ। ਜੇ ਤੁਹਾਡੀ ਕਮਿਊਨਿਟੀ ਵਿੱਚ ਇਹ ਸੇਵਾਵਾਂ ਉਪਲਬਧ ਨਹੀਂ ਹਨ ਤਾਂ ਜ਼ਿਆਦਾ ਜਾਣਕਾਰੀ ਲਈ ਆਪਣੇ ਫੈਮਿਲੀ ਡਾਕਟਰ, ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਜਾਂ BC ਪ੍ਰੋਵਿੰਸ਼ੀਅਲ ਰੀਨਲ ਏਜੰਸੀ ਨਾਲ ਸੰਪਰਕ ਕਰੋ। ਤੁਹਾਨੂੰ ਜਿੰਨਾ ਜ਼ਿਆਦਾ ਪਤਾ ਹੋਵੇ ਤੁਸੀਂ ਓਨਾ ਹੀ ਕਾਬੂ ਵਿੱਚ ਮਹਿਸੂਸ ਕਰਦੇ ਹੋ ਅਤੇ ਮੈਂ ਆਪ ਜਿੰਨਾ ਜ਼ਿਆਦਾ ਸਿੱਖਦੀ ਹਾਂ ਓਨਾ ਹੀ ਬਿਹਤਰ ਸਥਿਤੀ ਨੂੰ ਕਾਬੂ ਕਰ ਸਕਦੀ ਹਾਂ। ਇਹ ਬਹੁਤ ਜ਼ਰੂਰੀ ਹੈ। ਮੇਰੇ ਖਿਆਲ ਵਿੱਚ ਥੋੜੀ ਜਾਣਕਾਰੀ ਹੋਣਾ ਖਤਰਨਾਕ ਹੁੰਦਾ ਹੈ, ਸੋ ਸੌਖੇ ਮਹਿਸੂਸ ਕਰਨ ਲਈ ਵੱਧ ਤੋਂ ਵੱਧ ਸਿੱਖਣਾ ਚੰਗੀ ਗੱਲ ਹੈ। ਇਹ ਤੁਹਾਨੂੰ ਜ਼ਿਆਦਾ ਪਤਾ ਹੈ ਕਿ ਤੁਹਾਡੇ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਆਪਣੇ ਲਈ ਕੀ ਕਰ ਸਕਦੇ ਹੋ ਅਤੇ ਕੀ ਹੋਵੇਗਾ ਜਾਂ ਹੋ ਰਿਹਾ ਹੈ। ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਤੋਂ ਉਪਲਬਧ ਛੋਟੀ ਕਿਤਾਬ ਲਿਵਿੰਗ ਵਿਦ ਕਿਡਨੀ ਡਿਜ਼ੀਜ਼ ਜਾਣਕਾਰੀ ਦਾ ਵਧੀਆ ਸਾਧਨ ਹੈ। ਇੰਟਰਨੈਟ ਤੇ ਵੀ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਆਪਣੇ ਸਰਚ ਇੰਜਨ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਟਾਈਪ ਕਰੋ ਜਾਂ BC ਪ੍ਰੋਵਿੰਸ਼ੀਅਲ ਰੀਨਲ ਏਜੰਸੀ ਦੀ ਵੈਬਸਾਈਟ ਤੇ ਜਾਓ www.bcrenalagency.ca। ਆਪਣੀ ਸਿਹਤ ਦੀ ਸੰਭਾਲ ਜਾਂ ਸਵੈ ਸੰਭਾਲ ਦਾ ਮਤਲਬ ਹੈ ਕਿ ਖੁਦ ਜ਼ਿੰਮੇਵਾਰੀ ਲੈਣਾ। ਆਪਣੇ ਗੁਰਦੇ ਦੀ ਚੰਗੀ ਸਿਹਤ ਲਈ ਆਪ ਉਦਮ ਕਰੋ।
ਉਪਲਬਧ ਸਾਧਨਾਂ ਅਤੇ ਸਹਾਰੇ ਦੇ ਉਪਯੋਗ ਨਾਲ ਤੁਸੀਂ ਗੁਰਦੇ ਦੀ ਬਿਮਾਰੀ ਕਾਰਨ ਆਪਣੀ ਜ਼ਿੰਦਗੀ ਤੇ ਪੈ ਰਹੇ ਪ੍ਰਭਾਵ ਨੂੰ ਘੱਟ ਕਰ ਸਕਦੇ ਹੋ ਅਤੇ ਗੁਰਦੇ ਦੀ ਬਿਮਾਰੀ ਨੂੰ ਜ਼ਿਆਦਾ ਗੁੰਝਲਦਾਰ ਹੋਣ ਤੋਂ ਬਚਾ ਜਾਂ ਰੋਕ ਸਕਦੇ ਹੋ। ਮੈਂ ਵੇਖਿਆ ਕਿ ਫਰਕ ਦਿਸਣਾ ਸ਼ੁਰੂ ਹੋ ਗਿਆ ਸੀ। ਮੇਰੇ ਮੁਤਾਬਿਕ ਕੋਈ 1 ਸਾਲ ਬਾਅਦ, ਤਕਰੀਬਨ 1.5 ਸਾਲ ਤੋਂ ਬਾਅਦ ਮੈਂ ਆਪਣੇ ਖਾਣੇ ਵਿੱਚ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਪਰ ਮੈਂ ਉਸ ਤੋਂ ਪਹਿਲਾਂ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਸੀ। ਮੈਂ ਕਾਫੀ ਬਿਹਤਰ ਮਹਿਸੂਸ ਕੀਤਾ, ਮੇਰੀ એનર્ਜੀ ਵਧ ਗਈ ਅਤੇ ਜ਼ਾਹਿਰ ਹੈ ਕਿ ਹੋਰ ਸਭ ਨੂੰ ਵੀ ਮੇਰੇ ਵਿੱਚ ਇਹ ਫਰਕ ਦਿਖਾਈ ਦਿੱਤੇ। ਮੇਰੀ ਆਵਾਜ਼ ਬਦਲ ਗਈ ਅਤੇ ਮੇਰੀ ਸੁਣਨ ਦੀ ਸ਼ਕਤੀ ਵੀ ਬਿਹਤਰ ਹੋ ਗਈ। ਜੋ ਕੁਝ ਮੈਂ ਕੀਤਾ ਉਸ ਨਾਲ ਕਈ ਬਦਲਾਅ ਆਏ, ਜਿਨ੍ਹਾਂ ਕਰਕੇ ਮੇਰੇ ਅਨੁਭਵ ਵਿੱਚ ਵੱਡਾ ਫਰਕ ਪਿਆ। ਗੁਰਦੇ ਦੇ ਰੋਗ ਦੀ ਪਛਾਣ ਹੋਣ ਪਿੱਛੋਂ ਇਸ ਨੂੰ ਕਬੂਲ ਕਰਨਾ ਔਖਾ ਹੁੰਦਾ ਹੈ। ਇਸ ਨੂੰ ਸਵੀਕਾਰ ਕਰਨਾ ਡਰਾਵਨਾ ਹੁੰਦਾ ਹੈ। ਮੈਨੂੰ ਪਤਾ ਹੈ ਕਿ ਮੈਨੂੰ ਇਸ ਵਿੱਚ ਔਖਿਆਈ ਹੋਈ ਸੀ, ਪਰ ਸਮੇਂ ਦੇ ਨਾਲ ਅਤੇ ਸਾਰੇ ਵਧੀਆ ਲੋਕਾਂ ਦੀ ਸਹਾਇਤਾ ਨਾਲ ਮੈਂ ਆਪਣੀ ਸੰਭਾਲ ਕਰਨੀ ਸ਼ੁਰੂ ਕੀਤੀ ਅਤੇ ਮੈਨੂੰ ਅਹਿਸਾਸ ਹੋਇਆ ਕਿ ਗੁਰਦੇ ਦਾ ਰੋਗ ਹੋਣ ਦੇ ਬਾਵਜੂਦ ਵੀ ਤੁਸੀਂ ਚੰਗੀ ਤਰ੍ਹਾਂ ਜੀ ਸਕਦੇ ਹੋ। ਖੈਰ, ਜ਼ਿੰਦਗੀ ਚੱਲਦੀ ਰਹਿੰਦੀ ਹੈ ਅਤੇ ਫਿਰ ਤੁਸੀਂ ਅਜਿਹੀ ਸਥਿਤੀ ਵਿੱਚ ਪਹੁੰਚ ਜਾਂਦੇ ਹੋ ਜਿੱਥੇ ਤੁਹਾਨੂੰ ਆਪਣੀ ਸੰਭਾਲ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਇਹ ਹੁੰਦਾ ਹੈ। ਤੇ ਮੈਂ ਕਹਾਂਗੀ ਕਿ ਤਕਰੀਬਨ 6 ਮਹੀਨਿਆਂ ਬਾਅਦ ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜੋ ਪਹਿਲਾਂ ਕਰਦੇ ਸੀ ਅਤੇ ਇਹ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਬਣਦਾ। ਉਦਾਹਰਣ ਦੇ ਤੌਰ ਤੇ ਮੈਂ ਪੇਂਟਿੰਗ ਕਰਦੀ ਹਾਂ ਅਤੇ ਆਪਣੇ ਸਟੂਡੀਓ ਵਿੱਚ ਜਾ ਕੇ ਰੰਗਾਂ 'ਚ ਰੁੱਝ ਜਾਂਦੀ ਹਾਂ। ਸਭ ਕੁਝ ਤਕਰੀਬਨ ਪਹਿਲਾਂ ਵਾਂਗ ਹੀ ਹੈ, ਬਸ ਕੁਝ ਕੁ ਤਬਦੀਲੀਆਂ ਹਨ। ਅਜਿਹੇ ਕਈ ਪਲ ਹੁੰਦੇ ਹਨ ਜਦੋਂ ਕਿ ਤੁਸੀਂ ਨਿਰਾਸ਼ ਹੋ ਜਾਂਦੇ ਹੋ ਅਤੇ ਇਸ ਬਿਮਾਰੀ ਦੇ ਰੋਗੀ ਹੋਣ ਕਰਕੇ ਨਾਖੁਸ਼ ਹੁੰਦੇ ਹੋ, ਪਰ ਤੁਹਾਨੂੰ ਹਿੰਮਤ ਨਾਲ ਅੱਗੇ ਵਧਣਾ ਹੁੰਦਾ ਹੈ ਅਤੇ ਆਪਣੀ ਜ਼ਰੂਰਤਾਂ ਵੱਲ ਧਿਆਨ ਦੇਣਾ ਹੁੰਦਾ ਹੈ। ਜੇ ਤੁਸੀਂ ਆਪਣਾ ਖਿਆਲ ਰੱਖੋ ਤਾਂ ਤੁਸੀਂ ਇਹ ਬਿਮਾਰੀ ਹੋਣ ਦੇ ਬਾਵਜੂਦ ਵੀ ਬਹੁਤ ਚੰਗੀ ਤਰ੍ਹਾਂ ਜੀ ਸਕਦੇ ਹੋ। ਗੁਰਦੇ ਦਾ ਰੋਗ ਸਾਰੀ ਉਮਰ ਦਾ ਰੋਗ ਹੁੰਦਾ ਹੈ, ਪਰ ਤੁਸੀਂ ਫੇਰ ਵੀ ਇੱਕ ਸਰਗਰਮ ਅਤੇ ਭਰਪੂਰ ਜ਼ਿੰਦਗੀ ਜੀ ਸਕਦੇ ਹੋ। ਆਪਣੀ ਸਥਿਤੀ ਦੀ ਸੰਭਾਲ ਵਿੱਚ ਤੁਸੀਂ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹੋ। ਤੁਹਾਡਾ ਕੰਮ ਹੈ ਸਿਹਤ ਸੰਭਾਲ ਟੀਮ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਠੀਕ ਰਹਿਣ ਦਾ ਅਤੇ ਆਪਣੇ ਗੁਰਦਿਆਂ ਦੇ ਕਾਰਜ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਓਨੇ ਸਮੇਂ ਲਈ ਬਚਾਉਣ ਦਾ।